गुरमुख स्यों कार दोस्ती। गुरमुख स्यों कार दोस्ती। सतगुर स्यों चित लाए। सतगुर स्यों चित लाए। संत जना मेल हर जस गायो। कूट जन्म के दुख गवायो। दुख गवायो। वाहिगुरु जी का खालसा, वाहिगुरु जी की फतेह। मनुख उस मालक ਦੀ ਭਾਲ ਵਿੱਚ ਹੈ। ਮਨੁੱਖ ਉਸ ਮਾਲਕ ਦੀ ਭਾਲ ਇਸ ਕਰਕੇ ਕਰਦਾ ਹੈ ਕਿਉਂਕਿ ਮਨੁੱਖ ਜੀਵ ਆਤਮਾ ਉਸ ਮਾਲਕ ਪਰਮੇਸ਼ਰ ਦਾ ਸਰੋਤ ਹੈ। ਉਸ ਮਾਲਕ ਦੀ ਅੰਸ਼ ਹੈ ਜੀਵ ਆਤਮਾ। ਮਨੁੱਖ ਉਸ ਪਰਮਾਤਮਾ ਦਾ ਸਰੋਤ ਹੈ, ਉਹਦੇ ਵਿੱਚੋਂ ਹੀ ਆਇਆ ਹੈ। ਜਿਸ ਬਾਬਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਹੋ ਕਬੀਰ ਹਮ ਰਾਮ ਕੀ ਅੰਸ਼। ਜਾਂ ਫਿਰ ਗੁਰੂ ਸਾਹਿਬ ਨੇ ਆਖਿਆ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਮਨੁੱਖ ਉਸ ਮਾਲਕ ਦੀ ਅੰਸ਼ ਹੈ, ਜੀਵ ਆਤਮਾ ਉਸ ਮਾਲਕ ਦੇ ਦੇਸ਼, ਉਹਦੇ ਘਰ ਵਿੱਚੋਂ ਹੀ ਆਈ ਹੈ। ਬੇਸ਼ੱਕ ਅਸੀਂ ਉਸ ਮਾਲਕ ਨੂੰ ਭੁੱਲ ਤੇ ਗਏ ਹਾਂ, ਪਰ ਫਿਰ ਵੀ ਸਾਡੇ ਅੰਦਰ ਕਿਤੇ ਨਾ ਕਿਤੇ ਇਹ ਆਸ ਜਾਗਦੀ ਹੈ ਕਿ ਅਸੀਂ ਉਸ ਮਾਲਕ ਨੂੰ ਵੇਖੀਏ, ਉਹਦੇ ਦੀਦਾਰੇ ਕਰੀਏ, ਉਹਦੀ ਪ੍ਰਾਪਤੀ ਕਰੀਏ। ਪਰ ਜੀਵ ਆਤਮਾ ਬੇਵਸ ਹੈ। ਬੇਬਸ ਇਸ ਕਰਕੇ ਹੋ ਗਈ ਕਿਉਂਕਿ ਜੀਵ ਆਤਮਾ ਨੇ ਮਨ ਦਾ ਸੰਗ ਜੋ ਕਰ ਲਿਆ ਹੈ। ਜੀਵ ਆਤਮਾ ਮਨ ਦੀ ਅਟੈਚਮੈਂਟ ਦੇ ਵਿੱਚ ਆ ਗਈ ਹੈ। ਬਹੁਤ ਲੰਮੇ ਸਮੇਂ ਤੋਂ ਜੀਵ ਆਤਮਾ ਨੇ ਮਨ ਦੇ ਨਾਲ ਆਪਣਾ ਰਿਸ਼ਤਾ ਜੋੜ ਲਿਆ, ਜਿਸ ਕਰਕੇ ਮਨ ਤੇ ਬਾਹਰ ਮੁਖੀ ਹੈ। ਮਨ ਸਾਡੇ 9 ਦਵਾਰਿਆਂ ਦੇ ਜ਼ਰੀਏ, ਅੱਖਾਂ ਦੇ ਜ਼ਰੀਏ, ਕੰਨਾਂ ਦੇ ਜ਼ਰੀਏ, ਜ਼ਬਾਨ ਦੇ ਜ਼ਰੀਏ ਬਾਹਰ ਮੁਖੀ ਹੈ। ਸਾਡਾ ਧਿਆਨ ਬਾਹਰ ਮੁਖੀ ਹੈ, ਜਿਸ ਲਈ ਮਨ ਬਾਹਰ ਮੁਖੀ ਹੋਣ ਕਰਕੇ ਕਈ ਤਰ੍ਹਾਂ ਦੇ ਕਰਮ ਤੇ ਕਰਦਾ ਹੈ। ਕਰਮ ਕਰਕੇ ਬੀਜ ਬਣਾ ਲੈਂਦਾ ਹੈ ਕਰਮਾਂ ਦੇ, ਜਿਹਦਾ ਭੁਗਤਾਨ ਸਾਡੀ ਆਤਮਾ ਨੂੰ ਕਰਨਾ ਪੈਂਦਾ ਹੈ। ਆਤਮਾ ਫਿਰ 84 ਲੱਖ ਦੇ ਗੇੜੇ ਵਿੱਚ ਆਉਂਦੀ ਹੈ, ਦੁੱਖ ਭੋਗਦੀ ਹੈ, ਕਸ਼ਟ ਭੋਗਦੀ ਹੈ, ਤਸੀਹੇ ਭੋਗਦੀ ਹੈ, ਮਾਰ ਖਾਂਦੀ ਹੈ, ਨਰਕਾਂ ਦੀ ਅੱਗ ਵਿੱਚ ਸੜਦੀ ਹੈ, ਜਮਾਂ ਵੱਲੋਂ ਮਾਰ ਖਾਂਦੀ ਹੈ। ਕਿਉਂ ਇਹ ਮਾਰ ਕਿਉਂ ਪੈ ਰਹੀ ਹੈ? ਕਿਉਂਕਿ ਮਨ ਦੇ ਨਾਲ ਇਹਨੇ ਆਪਣਾ ਰਿਸ਼ਤਾ ਜੋੜ ਲਿਆ ਤੇ ਉਸ ਈਸ਼ਵਰ ਨੂੰ ਭੁੱਲ ਗਈ ਆਤਮਾ, ਉਹਦੇ ਰਸਤੇ ਨੂੰ ਭੁੱਲ ਗਈ। ਇਸ ਕਰਕੇ ਜੀਵ ਆਤਮਾ ਵਾਰ-ਵਾਰ 84 ਲੱਖ ਦੇ ਗੇੜ ਵਿੱਚ ਆਉਂਦੀ ਰਹਿੰਦੀ ਹੈ। ਉਸ ਈਸ਼ਵਰ ਨੂੰ, ਪਰਮਾਤਮਾ ਨੂੰ ਸਾਡੇ ਤੇ ਤਰਸ ਆ ਜਾਂਦਾ ਹੈ। ਜਦੋਂ ਉਹ ਪਰਮਾਤਮਾ ਪਰਮੇਸ਼ਰ ਸਾਡੇ ਤੇ ਤਰਸ ਕਰਦਾ ਹੈ, ਸਾਡੇ ਉਧਾਰ ਵਾਸਤੇ ਸੰਤ ਸਤਿਗੁਰੂ ਜੀ ਨੂੰ ਭੇਜ ਦਿੰਦਾ ਹੈ। ਤਰਸ ਪਿਆ, ਮਿਹਰਾਮਤ ਹੋਈ, ਸਤਿਗੁਰ
ਸੱਜਣ ਮਿਲਿਆ। ਜਦੋਂ ਉਹ ਈਸ਼ਵਰ ਪਰਮੇਸ਼ਰ ਸਾਡੇ ਤੇ ਤਰਸ ਕਰਦਾ ਹੈ ਤੇ ਸਾਨੂੰ ਸਤਿਗੁਰੂ ਦਾ ਸੰਗ ਮਿਲਾ ਦਿੰਦਾ ਹੈ, ਸੰਤ ਜਨਾਂ ਦਾ ਸੰਗ ਮਿਲਾ ਦਿੰਦਾ ਹੈ। ਸੰਤ ਜਨਾਂ ਦੀ ਸੰਗਤ ਕਰਕੇ ਹੀ ਪਤਾ ਲੱਗਦਾ ਹੈ ਕਿ ਆਤਮਾ ਤੇ ਪਰਮਾਤਮਾ ਦੀ ਅੰਸ਼ ਹੈ। ਬਹੁਤ ਲੰਮੇ ਸਮੇਂ ਤੋਂ, ਕਈ ਜਨਮਾਂ ਤੋਂ, ਕਈ ਯੁੱਗਾਂ ਤੋਂ ਆਤਮਾ ਆਪਣੇ ਨਿਜ ਘਰ ਵਿੱਚੋਂ ਆਈ ਤੇ ਜ਼ਰੂਰ ਹੈ, ਪਰ ਪਿੱਛੇ ਜਾਣ ਦਾ ਰਸਤਾ ਭੁੱਲ ਗਿਆ ਹੈ। ਤੇ ਸਮੇਂ-ਸਮੇਂ ਤੇ ਸੰਤ ਸਤਿਗੁਰੂ ਜੀ ਆਏ, ਅਵਤਾਰੀ ਪੁਰਸ਼ ਆ ਕੇ ਸਾਡੀ ਆਤਮਾ ਨੂੰ, ਸਾਡੀ ਸੁਰਤ ਨੂੰ, ਸਾਨੂੰ ਮਨੁੱਖਾਂ ਨੂੰ ਨਿਜ ਘਰ ਜਾਣ ਦਾ ਰਸਤਾ ਵਿਖਾਉਂਦੇ ਹਨ। ਸੰਤ ਸਤਿਗੁਰ ਦੀ ਸਹਾਇਤਾ ਨਾਲ ਪਤਾ ਲੱਗਦਾ ਹੈ ਕਿ ਪਰਮਾਤਮਾ ਕਿਤੇ ਬਾਹਰ ਨਹੀਂ ਵਸਦਾ, ਪਰਮਾਤਮਾ ਸਾਡੇ ਅੰਦਰ ਹੀ ਹੈ। ਪਰਮਾਤਮਾ ਅਤੇ ਆਤਮਾ ਇਹ ਦੋਵੇਂ ਸਾਡੇ ਸਰੀਰ ਦੇ ਵਿੱਚ ਹੀ ਰਹਿੰਦੇ ਹਨ। ਸਰੀਰ ਰੂਪੀ ਘਰ ਦੇ ਵਿੱਚ ਹੀ ਪਰਮਾਤਮਾ ਬੈਠਾ ਹੈ ਤੇ ਇਸ ਘਰ ਦੇ ਵਿੱਚ ਆਤਮਾ ਵੀ ਬੈਠੀ ਹੈ। ਪਰ ਕਿੰਨੀ ਹੈਰਾਨੀ ਵਾਲੀ ਤੇ ਦੁੱਖ ਵਾਲੀ ਗੱਲ ਹੈ, ਦੋਵੇਂ ਜਾਣੇ ਇੱਕੋ ਘਰ ਵਿੱਚ ਰਹਿ ਰਹੇ ਹਨ, ਪਰ ਫਿਰ ਵੀ ਕਈ ਯੁੱਗਾਂ ਤੋਂ ਇੱਕ ਦੂਜੇ ਨੂੰ ਵੇਖਿਆ ਨਹੀਂ। ਜੀਵ ਆਤਮਾ ਨੇ ਪਰਮਾਤਮਾ ਨੂੰ ਕਈ ਯੁੱਗਾਂ ਤੋਂ ਵੇਖਿਆ ਨਹੀਂ। ਕਿਉਂ ਨਹੀਂ ਵੇਖਿਆ? ਕਿਉਂਕਿ ਆਤਮਾ ਦੇ ਵਿਚਕਾਰ ਤੇ ਪਰਮਾਤਮਾ ਦੇ ਵਿਚਕਾਰ ਇੱਕ ਪਰਦਾ ਹੈ। ਉਸ ਪਰਦੇ ਦਾ ਨਾਮ ਹੈ ਹਉਮੈ ਦਾ ਪਰਦਾ। ਹਉਮੈ ਦਾ ਪਰਦਾ ਹੈ। ਸੰਤ ਸਤਿਗੁਰੂ ਸਾਨੂੰ ਭੇਜ ਦਿੰਦਾ ਹੈ ਕਿ ਜਦੋਂ ਤੁਸੀਂ ਉਸ ਪਰਦੇ ਨੂੰ ਦੂਰ ਕਰ ਲਵੋਗੇ, ਹਉਮੈ ਨੂੰ ਦੂਰ ਕਰ ਲਵੋਗੇ, ਤੇ ਪਰਮਾਤਮਾ ਤੁਹਾਨੂੰ ਉਸੇ ਘਰ ਵਿੱਚ ਮਿਲ ਜਾਵੇਗਾ ਜਿਸ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ। ਜਿਸ ਸਰੀਰ ਵਿੱਚ ਤੁਸੀਂ ਰਹਿੰਦੇ ਹੋ, ਜਿਸ ਸਰੀਰ ਵਿੱਚ ਆਤਮਾ ਰਹਿੰਦੀ ਹੈ, ਉਸ ਸਰੀਰ ਦੇ ਅੰਦਰ ਹੀ ਪਰਿਪੂਰਨ ਪਰਮਾਤਮਾ, ਪਰਮੇਸ਼ਰ, ਈਸ਼ਵਰ, ਓੰਕਾਰ ਰਹਿੰਦਾ ਹੈ। ਤੋ ਧੰਨ ਗੁਰੂ ਪਿਤਾ ਜੀ ਗੁਰਬਾਣੀ ਵਿੱਚ ਸਾਨੂੰ ਆਖਦੇ ਹਨ, ਜੀਵ ਆਤਮਾ ਪਰਮਾਤਮਾ ਨੂੰ ਵੇਖ ਨਹੀਂ ਸਕਦੀ, ਮਨ ਪਿੱਛੇ ਲੱਗੀ ਹੈ। ਇਸ ਲਈ ਜੀਵ ਆਤਮਾ 84 ਲੱਖ ਦੇ ਗੇੜਿਆਂ ਵਿੱਚ ਜਾਂਦੀ ਹੈ। ਦੁੱਖ, ਤਸੀਹੇ, ਕਸ਼ਟ, ਨਰਕ, ਅੱਗ, ਗਰਭ ਸਾਰਾ ਕੁਝ ਭੋਗਦੀ ਹੈ ਤੇ ਦੁੱਖ ਸਹਾਰਦੀ ਹੈ। ਜੇ ਤੇ ਸੁੱਖ ਲੈਣਾ ਚਾਹੁੰਦੇ ਹਾਂ, ਜੀਵ ਆਤਮਾ ਨੂੰ ਆਪਣੇ ਨਿਜ ਘਰ ਜਾਣਾ ਪਵੇਗਾ। ਨਿਜ ਘਰ ਜਾਣ ਵਾਸਤੇ ਜੀਵ ਆਤਮਾ ਨੂੰ ਭਗਤੀ ਕਰਨੀ ਪਵੇਗੀ, ਉਹਦੀ ਯਾਦ ਵਿੱਚ ਜੁੜਨਾ ਪਵੇਗਾ। ਤੇ ਭਗਤੀ ਕਰਨ ਵਾਸਤੇ ਜੀਵ ਆਤਮਾ ਨੂੰ ਮਨੁੱਖਾ ਚੋਲੇ ਦੀ ਲੋੜ ਪੈਂਦੀ ਹੈ, ਜੋ ਸਾਨੂੰ ਮਿਲਿਆ ਹੈ। ਮਨੁੱਖੇ ਜਾਮੇ ਵਿੱਚ ਆ ਕੇ, ਇਸ ਚੋਲੇ ਵਿੱਚ ਆ ਕੇ ਜੀਵ ਆਤਮਾ ਉਸ ਪਰਮੇਸ਼ਰ ਦੀ ਪ੍ਰਾਪਤੀ ਕਰਦੀ। ਤੇ ਪ੍ਰਾਪਤੀ ਤਾਂ ਹੋਵੇਗੀ ਜੇ ਸੰਤ ਸਤਿਗੁਰ ਦੇ ਕੋਲੋਂ ਭੇਦ ਲਵਾਂਗੇ। ਸੰਤ ਸਤਿਗੁਰ ਦੀ ਲੋੜ ਪੈਂਦੀ ਹੈ, ਸੰਤ ਜਨਾਂ ਦੀ ਤੇ ਸਤਿਗੁਰ ਦੀ ਲੋੜ ਪੈਂਦੀ ਹੈ। ਸਤਿਗੁਰੂ ਕੌਣ ਹਨ? ਸ੍ਰੀ ਗੁਰੂ ਗ੍ਰੰਥ ਸਾਹਿਬ। ਸੰਤ ਜਨ ਜਿਹੜੇ ਹਨ, ਸੰਤ ਉਹ ਹੈ ਜਿਹੜਾ ਆਪ ਮਿਲਿਆ ਹੈ ਤੇ ਸਾਨੂੰ ਵੀ ਮਿਲਾ ਦੇਵੇ। ਜਿਨੇ ਆਪ ਨਿਜ ਘਰ ਦੀ ਪ੍ਰਾਪਤੀ ਕੀਤੀ ਹੈ, ਸਾਨੂੰ ਵੀ ਕਰਵਾ ਦੇਵੇ। ਇਸ ਲਈ ਐਸੇ ਪੁਰਸ਼ ਦੀ ਲੋੜ ਪੈਂਦੀ ਹੈ, ਐਸੇ ਸੰਤ ਜਨਾਂ ਦੀ ਲੋੜ ਪੈਂਦੀ ਹੈ ਜੋ ਆਪ ਸਤਿਗੁਰ ਨੂੰ ਸਮਝਦੇ ਹਨ ਤੇ ਸਾਨੂੰ ਵੀ ਸਤਿਗੁਰ ਦਾ ਭੇਦ ਸਮਝਾ ਕੇ ਤੇ ਨਿਜ ਘਰ ਦਾ ਰਸਤਾ ਵਿਖਾ ਦੇਣ। ਇਸ ਲਈ ਜੀਵ ਆਤਮਾ ਨੂੰ ਇੱਕ ਤੇ ਮਨੁੱਖਾ ਜਾਮੇ ਦੀ ਲੋੜ ਪੈਂਦੀ ਹੈ, ਦੂਜਾ ਮਨੁੱਖਾ ਜਾਮਾ ਪਾ ਕੇ ਸੰਤ ਸਤਿਗੁਰ ਦੀ ਸ਼ਰਨ ਵਿੱਚ ਆਉਣਾ ਪੈਂਦਾ ਹੈ। ਜਦੋਂ ਜੀਵ ਆਤਮਾ ਸੰਤ ਸਤਿਗੁਰ ਦੀ ਸ਼ਰਨ ਵਿੱਚ ਆ ਜਾਂਦੀ ਹੈ,
ਸੰਤ ਸਤਿਗੁਰੂ ਸਾਨੂੰ ਭੇਜ ਦਿੰਦੇ ਹਨ ਕਿ ਭਾਈ ਜਿਸ ਪਰਮਾਤਮਾ ਨੂੰ ਤੁਸੀਂ ਲੱਭਦੇ ਹੋ ਬਾਹਰੋਂ, ਪਹਾੜਾਂ ਵਿੱਚੋਂ, ਜੰਗਲਾਂ ਵਿੱਚੋਂ, ਅਸਮਾਨ ਵਿੱਚੋਂ ਲੱਭਦੇ ਹੋ, ਉਹ ਪਰਮਾਤਮਾ ਤੁਹਾਡੇ ਅੰਦਰ, ਤੁਹਾਡੇ ਘਰ ਵਿੱਚ ਬੈਠਾ ਹੈ, ਪਰ ਦਿਸਦਾ ਕਿਉਂ ਨਹੀਂ? ਜਦੋਂ ਅਸੀਂ ਨੇਤਰ, ਅੱਖਾਂ ਬੰਦ ਕਰਦੇ ਹਾਂ ਤੇ ਕਾਲੇ ਰੰਗ ਦਾ ਹਨੇਰਾ ਨਜ਼ਰ ਆਉਂਦਾ ਹੈ। ਉਹ ਪਰਮਾਤਮਾ ਜੇ ਅੰਦਰ ਬੈਠਾ ਹੈ, ਫਿਰ ਨਜ਼ਰ ਕਿਉਂ ਨਹੀਂ ਆ ਰਿਹਾ? ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਅੰਦਰ ਹਉਮੈ ਦਾ ਪਰਦਾ ਹੈ। ਜੋ ਕਾਲੇ ਰੰਗ ਦਾ ਹਨੇਰਾ ਸਾਨੂੰ ਦਿਸਦਾ ਹੈ, ਇਹ ਹਉਮੈ ਦਾ ਪਰਦਾ ਹੈ, ਇਹ ਅਗਿਆਨ ਦਾ ਕਾਲਾ ਹਨੇਰਾ ਹੈ। ਹਉਮੈ ਕੀ ਹੈ? ਹਉਮੈ ਇਹੀ ਹੈ ਕਿ ਮੈਂ ਸਰੀਰ ਹਾਂ, ਮੇਰੇ ਬੱਚੇ ਹਨ, ਮੈਂ ਕਿਸੇ ਦਾ ਪਿਤਾ ਹਾਂ, ਜਾਂ ਮੇਰਾ ਕੁਟੁੰਬ ਹੈ, ਮੇਰਾ ਪਰਿਵਾਰ ਹੈ, ਮੇਰੀ ਕੌਮ, ਮੇਰਾ ਮਜ਼ਹਬ, ਮੇਰਾ ਧਰਮ, ਮੇਰੀ ਜ਼ਮੀਨ, ਮੇਰਾ ਦੇਸ਼, ਮੇਰਾ ਵਤਨ, ਸਾਰਾ ਕੁਝ ਮੇਰਾ ਹੈ। ਸਾਰਾ ਕੁਝ ਪਰਮੇਸ਼ਰ ਦਾ, ਪਰ ਅਸੀਂ ਆਖਦੇ ਹਾਂ ਮੇਰਾ ਹੈ। ਬਸ ਇਹਨੂੰ ਹਉਮੈ ਆਖਦੇ ਹਨ। ਹਉਮੈ ਕਰਕੇ ਉਹ ਪਰਦਾ, ਉਹ ਦੀਵਾਰ ਖੜੀ ਹੋਈ ਹੈ। ਤੇ ਸੰਤ ਗੁਰੂ ਦੀ ਸਹਾਇਤਾ ਦੇ ਨਾਲ, ਸੰਤ ਸਤਿਗੁਰੂ ਮਹਾਂਪੁਰਖਾਂ ਦੀ ਸਹਾਇਤਾ ਦੇ ਨਾਲ ਹੀ ਹਉਮੈ ਨੂੰ ਦੂਰ ਕੀਤਾ ਜਾਂਦਾ ਹੈ। ਹਉਮੈ ਨੂੰ ਦੂਰ ਕਰਨ ਦਾ ਜਿਹੜਾ ਨੁਸਖਾ ਸੰਤ ਸਤਿਗੁਰੂ ਸਾਨੂੰ ਦਿੰਦੇ ਹਨ, ਉਸ ਨੁਸਖੇ ਦਾ ਨਾਮ ਹੈ ਓਅੰਕਾਰ। ਜਦੋਂ ਅਸੀਂ ਇੱਕ ਓਅੰਕਾਰ, ਸਤਿਨਾਮ, ਵਾਹਿਗੁਰੂ, ਵਾਹਿਗੁਰੂ ਦੇ ਅਭਿਆਸ ਨਾਲ, ਇਹਦੇ ਸਿਮਰਨ ਦੇ ਨਾਲ ਜੁੜ ਜਾਵਾਂਗੇ, ਉਹ ਅਗਿਆਨ ਦਾ ਹਨੇਰਾ ਦੂਰ ਹੋਵੇਗਾ, ਪਰਦਾ ਇੱਕ ਪਾਸੇ ਹੋ ਜਾਵੇਗਾ। ਤੇ ਜਿਸ ਮਾਲਕ ਨੂੰ ਅਸੀਂ ਲੱਭਦੇ ਹਾਂ, ਜਿਹਨੂੰ ਵੇਖਣ ਦਾ ਅੰਦਰ ਚਾਅ ਹੈ, ਉਹ ਸਾਨੂੰ ਸਾਡੇ ਘਰ ਵਿੱਚੋਂ ਹੀ ਮਿਲ ਜਾਵੇਗਾ ਜੀ। ਸੋ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਇਹ ਭੇਦ ਸਮਝਾਇਆ ਹੈ